ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਭ ਕਿਛ ਸੁਣਦਾ ਵੇਖਦਾ, ਕਿਉ ਮੁਕਰ ਪਿਆ ਜਾਏ। ਪਾਪੋ ਪਾਪ ਕਮਾਵੰਦੇ, ਪਾਪੇ ਪਚਹਿ ਪਚਾਏ। ਸੋ ਪ੍ਰਭ ਨਦਰ ਨਾ ਆਵਈ, ਮਨ ਮੁਖ ਬੂਝ ਨ ਪਾਏ। ਜਿਸ ਵੇਖਾਲੇ ਸੋਈ ਵੇਖੈ, ਨਾਨਕ ਗੁਰਮੁਖ ਪਾਏ। ਸ੍ਰੀ ਰਾਗ ਮਹੱਲਾ ਤੀਜਾ। ਬਿਨ ਗੁਰ ਰੋਗ ਨ ਟੁਟਈ, ਹਉਮੈ ਪੀੜ ਨ ਜਾਏ। ਗੁਰ ਪ੍ਰਸਾਦੀ ਮਨ ਵਸੈ, ਨਾਮੇ ਰਹਿ ਸਮਾਏ। ਗੁਰ ਸ਼ਬਦੀ ਹਰਿ ਪਾਈਐ, ਬਿਨ ਸ਼ਬਦੈ ਭਰਮ ਭੁਲਾਏ। ਮਨ ਰੇ ਨਿਜ ਘਰ ਵਾਸਾ ਹੋਏ, RAM ਨਾਮ ਸਾ ਲਾਹੇ ਤੂੰ। ਫਿਰ ਆਵਣ ਜਾਣ ਨ ਹੋਏ, ਰਹਾਉ। ਹਰ ਇੱਕੋ ਦਾਤਾ ਵਰਤਦਾ, ਦੂਜਾ ਅਵਰ ਨ ਕੋਇ। ਸ਼ਬਦ ਸਾ ਲਾਹੀ ਮਨ ਵਸੈ, ਸਹਜੇ ਹੀ ਸੁਖ ਹੋਏ। ਸਭ ਨਦਰੀ ਅੰਦਰ ਵੇਖਦਾ, ਜੈ ਭਾਵੈ ਤੈ ਦੇ। ਹਉਮੈ ਸਭਾ ਗਣਤ ਹੈ, ਗਣਤੈ ਨੋ ਸੁਖ ਨਾਹਿ। ਬਿਖ ਕੀ ਕਾਰ ਕਮਾਵਣੀ, ਬਿਖ ਹੀ ਮਾਹੇ ਸਮਾਹੇ। ਬਿਨ ਨਾਵੈ ਠੌਰ ਨ ਪਾਇਨੀ, ਜਮਪੁਰ ਦੁਖ ਸਹਾਹੇ। ਜੀਉ ਪਿੰਡ ਸਭ ਤਿਸ ਦਾ, ਤਿਸੈ ਦਾ ਆਧਾਰ। ਗੁਰ ਪ੍ਰਸਾਦੀ ਬੁਝੀਐ, ਤਾਂ ਪਾਏ ਮੋਖ ਦੁਆਰ। ਨਾਨਕ ਨਾਮ ਸਲਾਹੇ ਤੂੰ, ਅੰਤ ਨ ਪਾਰਾਵਾਰ। ਸ੍ਰੀ ਰਾਗ ਮਹੱਲਾ ਤੀਜਾ। ਤਿਨਾ ਆਨੰਦ ਸਦਾ ਸੁਖ ਹੈ, ਜਿਨਾ ਸਚ ਨਾਮ ਆਧਾਰ। ਗੁਰ ਸ਼ਬਦੀ ਸਚ ਪਾਇਆ, ਦੁਖ ਨਿਵਾਰਣ ਹਾਰ। ਸਦਾ ਸਦਾ ਸਾਚੇ ਗੁਣ ਗਾਵਹੈ, ਸਾਚੈ ਨਾਇ ਪਿਆਰ। ਕਿਰਪਾ ਕਰ ਕੈ ਆਪਣੀ, ਦੇ ਤੋਨ ਭਗਤ ਭੰਡਾਰ। ਮਨ ਰੇ ਸਦਾ ਆਨੰਦ ਗੁਣ ਗਾਏ, ਸੱਚੀ ਬਾਣੀ ਹਰਿ ਪਾਈਐ। ਹਰਿ ਸਿਉ ਰਹਿ ਸਮਾਏ। ਰਹਾਉ। ਸੱਚੀ ਭਗਤੀ ਮਨ ਲਾਲ ਥੀਆ, ਰਤਾ ਸਹਿਜ ਸੁਭਾਏ। ਗੁਰ ਸ਼ਬਦੀ ਮਨ ਮੋਹਿਆ, ਕਹਿਣਾ ਕਛੂ ਨਾ ਜਾਏ। ਜਿਹਵਾ ਰਤੀ ਸ਼ਬਦ ਸਚੈ, ਅੰਮ੍ਰਿਤ ਪੀਵੈ ਰਸ ਗੁਣ ਗਾਏ। ਗੁਰਮੁਖ ਇਹੋ ਰੰਗ ਪਾਈਐ, ਜਿਸਨੂੰ ਕਿਰਪਾ ਕਰੇ ਰਜਾਏ। ਸੰਸਾ ਇਹੋ ਸੰਸਾਰ ਹੈ, ਸੁਤਿਆਂ ਰਹਿਣ ਵਿਹਾਏ। ਇਕ ਆਪਣੇ ਭਾਣੈ ਕੱਢ ਲਇਨ, ਆਪੇ ਲਇਓਨ ਮਿਲਾਏ। ਆਪੇ ਹੀ ਆਪ ਮਨ ਵਸਿਆ, ਮਾਇਆ ਮੋਹ ਚੁਕਾਏ। ਆਪ ਵਡਾਈ ਦਿੱਤੀਅਨ, ਗੁਰਮੁਖ ਦੇ ਬੁਝਾਏ। ਸਭਨਾ ਕਾ ਦਾਤਾ ਏਕ ਹੈ, ਭੁੱਲਿਆ ਲੈ ਸਮਝਾਏ। ਇਕ ਆਪੈ ਆਪ ਖੁਆਇਨ, ਦੂਜੈ ਛੱਡਿਅਨ ਲਾਏ। ਗੁਰਮਤੀ ਹਰਿ ਪਾਈਐ, ਜੋਤੀ ਜੋਤ ਮਿਲਾਏ। ਅਨ ਦਿਨ ਨਾਮੇ ਰਤਿਆ, ਨਾਨਕ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਗੁਣਵੰਤੀ ਸਚ ਪਾਇਆ, ਤ੍ਰਿਸ਼ਨਾ ਤਜ ਵਿਕਾਰ। ਗੁਰ ਸ਼ਬਦੀ ਮਨ ਰੰਗਿਆ,
ਰਸਨਾ ਪ੍ਰੇਮ ਪਿਆਰ। ਬਿਨ ਸਤਿਗੁਰ ਕਿਨੈ ਨਾ ਪਾਇਓ, ਕਰ ਵੇਖੋ ਮਨ ਵਿਚਾਰ। ਮਨ ਮੁਖ ਮੈਲ ਨ ਉਤਰੈ, ਜਿਚਰ ਗੁਰ ਸ਼ਬਦ ਨ ਕਰੇ ਪਿਆਰ। ਬਿਨ ਸਤਿਗੁਰ ਕਿਨੈ ਨ ਪਾਇਓ, ਕਰ ਵੇਖੋ ਮਨ ਵਿਚਾਰ। ਮਨ ਮੁਖ ਮੈਲ ਨ ਉਤਰੈ, ਜਿਚਰ ਗੁਰ ਸ਼ਬਦ ਨ ਕਰੇ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਆਪ ਜੀ ਨੇ ਗਿਆਨ ਗੁਰੂ ਜੀ ਦੇ 36ਵੇਂ ਅੰਗ ਦਾ ਪਾਠ ਪ੍ਰੇਮ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਪਿਛਲੀ ਵਿਚਾਰ ਦੇ ਵਿੱਚ ਆਪਾਂ ਇਹ ਵਿਚਾਰ ਕੀਤੀ ਹੈ, ਜੇ ਵੇਲਾ ਵਕਤ ਵਿਚਾਰੀ ਹੈ ਤਾਂ ਕਿਤ ਵੇਲਾ ਭਗਤ ਹੋਏ। ਫਿਰ ਕਿਹੜਾ ਵੇਲਾ ਭਗਤੀ ਦਾ? ਜਦੋਂ ਵੀ ਟਾਈਮ ਲੱਗੇ, ਕਿਰਤਕਾਰ ਕਰਦਿਆਂ ਜਦੋਂ ਵੀ ਟਾਈਮ ਲੱਗੇ, ਇਹ ਜ਼ਿੰਦਗੀ ਹੀ ਭਗਤੀ ਦਾ ਵੇਲਾ ਹੈ। ਸਾਧ ਸੰਗਤ ਜੀ, ਜਦੋਂ ਲਿਵ ਸੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਉੱਥੋਂ ਤੋਂ ਲੈ ਕੇ ਸਾਧ ਸੰਗਤ ਜੀ ਅੰਤਲੇ ਸਵਾਸ ਤੱਕ ਇਹ ਭਗਤੀ ਦਾ ਹੀ ਵੇਲਾ ਹੈ। ਮਨੁੱਖਾ ਸਰੀਰ ਹੈ ਜਿਹੜਾ ਦੇਹੀ ਹੈ, ਇਹ ਸਾਰੀ ਦੇਹੀ ਦਾ ਸਮਾਂ ਜਿਹੜਾ ਇਹ ਭਗਤੀ ਦਾ ਹੀ ਸਮਾਂ ਹੈ। ਅਰਾਧਨਾ ਦਾ, ਪ੍ਰੇਮ ਦਾ, ਭਾਵਨਾ ਦਾ, ਸਤਿਕਾਰ ਦਾ, ਖੁਸ਼ੀ ਦਾ, ਆਨੰਦ ਦਾ ਸਮਾਂ ਹੈ। ਇਹ ਸਾਰਾ ਸਮਾਂ ਹੀ ਆਨੰਦ ਦਾ ਹੈ। ਸੋ ਅੱਜ ਆਪਾਂ ਸੰਖੇਪ ਵਿੱਚ ਵਿਚਾਰ ਕਰਾਂਗੇ ਕਿ ਆਪਾਂ ਆਨੰਦ ਕਿਹਨੂੰ ਕਹਿੰਦੇ ਹਾਂ। ਇਹ ਜਿਹੜਾ ਜੀਵਨ ਆ ਸਾਡਾ, ਇਹ ਆਨੰਦ ਦੀ ਪ੍ਰਾਪਤੀ ਵਾਸਤੇ ਹੀ ਸਾਨੂੰ ਮਿਲਿਆ ਹੈ, ਵੀ ਆਪਾਂ ਨੂੰ ਆਨੰਦ ਦੀ ਪ੍ਰਾਪਤੀ ਹੋ ਜਾਵੇ। ਆਪਾਂ ਕੋਈ ਕੰਮ ਕਾਰ ਕਰਦੇ ਹਾਂ, ਬਹੁਤ ਖੁਸ਼ੀ ਮਿਲਦੀ, ਆਪਾਂ ਕਹਿੰਦੇ ਵੀ ਬਹੁਤ ਆਨੰਦ ਆਇਆ। ਪ੍ਰਸਾਦਾ ਪਾਣੀ ਦਾ ਆਨੰਦ ਵੱਖਰਾ ਹੈ, ਘੁੰਮਣ ਫਿਰਨ ਦਾ ਆਨੰਦ ਆ ਜਿਹੜਾ ਸਾਧ ਸੰਗਤ ਜੀ, ਉਹ ਵੀ ਵੱਖਰਾ ਹੈ। ਸੋ ਇਸ ਕਰਕੇ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਇਹ ਵੀ ਹੈ। ਇੱਕ ਆਪਾਂ ਆਨੰਦ ਹੈ ਜੀਵਨ ਦਾ, ਜਿਹੜਾ ਛੋਟੀਆਂ ਛੋਟੀਆਂ ਖੁਸ਼ੀਆਂ ਦੇ ਵਿੱਚੋਂ, ਛੋਟੇ ਛੋਟੇ ਕੰਮਕਾਰ ਦੇ ਵਿੱਚੋਂ, ਵਿਵਹਾਰ ਦੇ ਵਿੱਚੋਂ ਆਪਾਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਹਾਂ ਵੀ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇੱਕ ਉਹ ਆਨੰਦ ਹੈ ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਦੇ ਦਰਸ਼ਨ ਕਰਕੇ ਹੀ ਆਨੰਦ ਪ੍ਰਾਪਤ ਹੁੰਦਾ। ਆਪਾਂ ਕਹਿੰਦੇ ਹਾਂ ਸਤਿਗੁਰੂ ਦੇ ਦਰਸ਼ਨ ਹੋ ਗਏ, ਬਹੁਤ ਆਨੰਦ ਆਇਆ। ਫਿਰ ਸਾਧ ਸੰਗਤ ਜੀ ਇੱਕ ਆਨੰਦ ਹੈ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਸਗਲ ਮਨੋਰਥ ਜਦੋਂ ਪੂਰੇ ਹੋ ਜਾਂਦੇ ਆ, ਫਿਰ ਅੰਤਰਾਤਮੇ ਆਵਾਜ਼ ਉੱਠਦੀ ਹੈ ਵੀ ਆਨੰਦ ਸੁਣੋ ਵਡ ਭਾਗੀ ਹੋ, ਵੀ ਇਹ ਵੱਡਿਆਂ ਭਾਗਾਂ ਵਾਲਿਓ ਆਨੰਦ ਨੂੰ ਸੁਣੋ, ਮੇਰੇ ਤਾਂ ਸਾਰੇ ਮਨੋਰਥ ਹੀ ਪੂਰੇ ਹੋ ਗਏ ਹਨ। ਇਹ ਵੀ ਆਨੰਦ ਦੀ ਅਵਸਥਾ ਹੈ। ਸਾਧ ਸੰਗਤ ਜੀ, ਇੱਕ ਆਨੰਦ ਪ੍ਰਾਪਤ ਸਤਿਗੁਰੂ, ਜਦੋਂ ਸਤਿਗੁਰੂ ਨੂੰ ਮਿਲੇ ਤਦ ਆਨੰਦ ਹੋਇਆ।
ਇੱਕ ਸਗਲ ਮਨੋਰਥ ਪੂਰੇ ਹੋ ਗਏ ਤਦ ਆਨੰਦ ਹੋਇਆ। ਇੱਕ ਆਨੰਦ ਸਾਧ ਸੰਗਤ ਜੀ ਇਸ ਤਰ੍ਹਾਂ ਹੈ, ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ, ਪਿਆਰਿਆ ਕਰ ਕਿਰਪਾ ਕਿਲ ਵਿਖ ਕੱਢੇ, ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਇੱਕ ਉਹ ਆਨੰਦ ਆ ਜਦੋਂ ਸੰਸਾਰ ਦੇ ਨਾਲੋਂ ਮੋਹ ਟੁੱਟ ਜਾਂਦਾ। ਸਾਧ ਸੰਗਤ, ਸੰਸਾਰ ਦੇ ਨਾਲੋਂ ਮੋਹ ਟੁੱਟ ਜਾਂਦਾ, ਪ੍ਰੇਮ ਦੇ ਵਿੱਚ ਚਲੇ ਜਾਂਦੇ, ਉਹ ਵੀ ਇੱਕ ਆਨੰਦ ਹੈ, ਉਹ ਵੱਖਰਾ ਆਨੰਦ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਆਨੰਦ ਦੀਆਂ ਜਿਹੜੀਆਂ ਨੇ ਵੱਖਰੀਆਂ ਵੱਖਰੀਆਂ ਅਵਸਥਾਵਾਂ ਨੇ। ਸੋ ਅੱਜ ਦੀ ਸੰਖੇਪ ਵਿਚਾਰ ਦੇ ਵਿੱਚ ਆਪਾਂ ਇਹ ਸਰਵਣ ਕਰਿਆ, ਤਿਨਾ ਆਨੰਦ ਸਦਾ ਸੁਖ ਹੈ, ਜਿਨ੍ਹਾਂ ਸੱਚ ਨਾਮ ਆਧਾਰ। ਜਿਨ੍ਹਾਂ ਨੇ ਸੱਚ ਨਾਮ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਤੱਕਿਆ ਹੈ। ਆਧਾਰ ਹੁੰਦਾ ਆਸਰਾ, ਉਹ ਸੱਚ ਨਾਮ ਹੈ, ਜਿਹਦੇ ਆਸਰੇ ਨਾਲ ਦੇਖੋ ਚੰਦਰਮਾ, ਜਿਹਦੇ ਆਸਰੇ ਨਾਲ ਤਾਰੇ ਨੇ, ਆਸਮਾਨ ਹੈ ਨਾ, ਦਰਿਆ ਵਗਦੇ ਨੇ, ਕਿਹੜਾ ਆਸਰਾ ਇਹਨਾਂ ਨੂੰ? ਉਹ ਆਸਰਾ ਜਦੋਂ ਜੀਵ ਸਮਝ ਲੈਂਦਾ ਹੈ, ਜੀਵ ਨੂੰ ਸਮਝ ਆਉਂਦੀ ਹੈ, ਤਿੰਨਾ ਆਨੰਦ ਸਦਾ ਸੁੱਖ ਹੈ, ਜਿਨ੍ਹਾਂ ਸੱਚ ਨਾਮ ਆਧਾਰ। ਉਹ ਆਧਾਰ ਆਸਰਾ ਜਿਹੜਾ ਸਾਧ ਸੰਗਤ ਜੀ, ਜਿਹੜਾ ਆਸਰਾ ਜਿਵੇਂ ਮਾਤ ਗਰਭ ਦੇ ਵਿੱਚ ਬੱਚੇ ਨੂੰ ਕਾਹਦਾ ਆਸਰਾ, ਮਾਂ ਨੂੰ ਵੀ ਪਤਾ ਨਹੀਂ ਲੱਗਦਾ ਵੀ ਮੇਰੇ ਪੇਟ ਦੇ ਵਿੱਚ ਜਿਹੜਾ ਬੱਚਾ ਪਲ ਰਿਹਾ ਇਹਦੇ ਅੰਗ ਪੈਰ ਕਿਹੋ ਜਿਹੇ ਨੇ। ਹੁਣ ਬੱਚੇ ਨੂੰ ਪੇਟ ਦੇ ਵਿੱਚ ਕਾਹਦਾ ਆਸਰਾ, ਮਾਂ ਦਾ ਆਸਰਾ ਵੀ ਹੈ ਨਹੀਂ ਗਾ। ਮਾਂ ਨੂੰ ਖੁਦ ਨਹੀਂ ਪਤਾ ਵੀ ਮੇਰੇ ਪੇਟ ਦੇ ਵਿੱਚ ਜਿਹੜਾ ਬੱਚਾ ਇਹਦੇ ਅੰਗ ਪੈਰ ਕਿੰਨੇ ਬਣ ਗਏ, ਕੀ ਰਹਿ ਗਿਆ ਕੀ ਨਹੀਂ। ਉਹ ਆਸਰਾ ਕਿਹੜਾ ਹੈ ਸਾਧ ਸੰਗਤ ਜੀ? ਜਦੋਂ ਉਹ ਆਸਰਾ ਸਾਨੂੰ ਪ੍ਰਾਪਤ ਹੁੰਦਾ, ਅਸੀਂ ਉਸ ਆਸਰੇ ਨੂੰ ਅਨੁਭਵ ਕਰਦੇ ਹਾਂ, ਫਿਰ ਸਾਧ ਸੰਗਤ ਜੀ ਉਹ ਜਿਹੜਾ ਆਨੰਦ ਤਿਨਾ ਆਨੰਦ ਸਦਾ ਸੁੱਖ ਹੈ, ਫਿਰ ਸਾਨੂੰ ਉਹ ਸੁੱਖ ਸਕੂਨ ਪ੍ਰਾਪਤ ਹੁੰਦਾ ਹੈ, ਜਿਹੜਾ ਕਹਿਣ ਕਥਨ ਨੂੰ ਸੋਝੀ ਨਹੀਂ ਹੁੰਦੀ ਵੀ ਉਸ ਆਨੰਦ ਨੂੰ ਕਿਵੇਂ ਵਰਣਨ ਕੀਤਾ ਜਾ ਸਕੇ। ਉਹ ਆਸਰਾ ਸਾਧ ਸੰਗਤ ਜੀ, ਉਹਨੂੰ ਵੀ ਨਾਮ, ਜਿਵੇਂ ਕਹਿੰਦੇ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਖੰਡ ਆਪਾਂ ਕਹਿੰਦੇ ਵੀ ਖੰਡ ਟੁਕੜਾ, 9 ਖੰਡ ਪ੍ਰਿਥਵੀ ਹੈ, ਟੁਕੜੇ ਟੁਕੜਿਆਂ ਵਿੱਚ ਪਾਣੀ ਹੈ ਨਾ, ਵਿੱਚ ਜਲ, ਬਾਹਰ ਆਪਾਂ ਕੀ ਦੇਖਦੇ ਹਾਂ। ਇਹਨਾਂ ਨੂੰ ਕਾਹਦਾ ਆਸਰਾ, ਧਰਤੀ ਨੂੰ ਕਾਹਦਾ ਆਸਰਾ, ਕਿਹੜੇ ਆਸਰੇ ਦੇ ਨਾਲ ਧਰਤੀ ਆ? ਉਹ ਆਸਰੇ ਦਾ ਜਦੋਂ ਆਪਾਂ ਨੂੰ ਅਨੁਭਵ ਹੋਣ ਲੱਗ ਜਾਂਦਾ, ਉਦੋਂ ਹੀ ਸਾਨੂੰ ਆਨੰਦ ਦੀ ਪ੍ਰਾਪਤੀ ਹੋਣ ਲੱਗ ਜਾਂਦੀ ਹੈ। ਹੁਣ ਪੌਣ ਚੱਲਦੀ ਹੈ, ਪੌਣ ਨੂੰ ਕਾਹਦਾ ਆਸਰਾ? ਦਰਿਆ ਵਗਦੇ ਨੇ, ਦਰਿਆਵਾਂ ਨੂੰ ਕਾਹਦਾ ਆਸਰਾ? ਸੋ ਇਹ ਸਾਧ ਸੰਗਤ ਜੀ ਆਸਰਾ ਹੁੰਦਾ ਜਿਹੜਾ ਸਾਡਾ। ਜਦੋਂ ਉਹ ਨਾਮ ਆਸਰੇ ਤੱਕ ਅਸੀਂ ਪਹੁੰਚ ਕਰਦੇ ਹਾਂ, ਉਸ ਨੂੰ ਅਨੁਭਵ ਕਰਦੇ ਹਾਂ, ਫਿਰ ਸਾਧ ਸੰਗਤ ਜੀ ਸਾਨੂੰ ਬਹੁਤ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਫਿਰ ਆਨੰਦ ਉਹ ਸੁੱਖ ਸਕੂਨ ਬਣ ਜਾਂਦਾ ਹੈ। ਇਹ ਕਦੋਂ ਗੁਰ ਸ਼ਬਦੀ ਸੱਚ ਪਾਇਆ, ਦੁੱਖ ਨਿਵਾਰਨ ਹਾਰ। ਇਹ ਹੁਣ ਆਪਾਂ ਗੁਰੂ ਸ਼ਬਦ ਦੀ ਵਿਚਾਰ ਕਰਦੇ ਹਾਂ, ਗਿਆਨ ਦੀ ਵਿਚਾਰ ਕਰ ਰਹੇ ਹਾਂ। ਗੁਰ ਸ਼ਬਦੀ ਗਿਆਨ ਦੁਆਰਾ ਹੀ ਸੱਚ ਪਾਇਆ, ਦੁੱਖ ਨਿਵਾਰਨ ਹਾਰ। ਉਹ ਸੱਚ ਜਿਹੜਾ ਸੱਚ ਹੈ, ਹੁਣ ਆਪਾਂ ਗਿਆਨ ਦੀ ਵਿਚਾਰ ਕਰਦੇ ਹਾਂ, ਗਿਆਨ ਦੀ ਵਿਚਾਰ ਸਾਨੂੰ ਉਹ ਸੱਚ ਤੱਕ ਲੈ ਕੇ ਜਾਂਦੀ ਹੈ, ਅਨੁਭਵ ਕਰਾਉਂਦੀ ਆ ਵੀ ਆਹ ਵੇਖ ਚੰਦਰਮਾ, ਤਾਰੇ ਕਿੰਨੇ ਸੋਹਣੇ ਆ, ਪੌਣ ਵਗਦੀ ਹੈ, ਦਰਿਆ ਵਗਦੇ ਨੇ, ਬਨਸਪਤੀ ਉੱਗ ਰਹੀ ਹੈ, ਇੱਕ ਬੀਜ ਬੀਜਦਿਆਂ ਕਿੰਨੇ ਦਾਣੇ ਪੈਦਾ ਹੋ ਜਾਂਦੇ ਨੇ। ਕਿੱਡੀ ਕਮਾਲ ਦੀ ਗੱਲ ਹੈ, ਇੱਕ ਦਾਣਾ ਬੀਜਿਆ ਅਤੇ ਕਿੰਨੇ ਦਾਣੇ ਪ੍ਰਾਪਤ ਹੋ ਗਏ। ਸੋ ਇਸ ਕਰਕੇ ਧਰਤੀ ਨੂੰ ਕੀ ਆਸਰਾ, ਧਰਤੀ ਵਿੱਚ ਕੀ ਹੈ ਇਹੋ ਜਿਹਾ? ਜੇ ਜਿਹੜਾ ਕੁਛ ਬੀਜਦੇ ਹਾਂ, ਕਿਸੇ ਨੇ ਫੁੱਲ ਬੀਜੇ ਹੋਣ, ਉਹਨੂੰ ਇਹ ਨਹੀਂ ਹੋ ਸਕਦਾ ਵੀ ਉੱਥੇ ਕਿੱਕਰਾਂ ਉੱਗ ਪੈਣ, ਫੁੱਲ ਹੀ ਉੱਗਣਗੇ। ਕਿੱਕਰਾਂ ਦਾ ਬੀਜ
ਬੀਜ ਦੀ ਆਪਾਂ ਕਹੀਏ ਫੁੱਲ ਆ, ਧਰਤੀ ਨੇ ਇਨਸਾਫ ਕਰਨਾ ਨਹੀਂ। ਆਪਣੇ ਹੱਥੀਂ ਦੋ ਮੁੱਠੀਆਂ ਦੇ ਵਿੱਚ ਇੱਕ ਮੁੱਠੀ ਦੇ ਵਿੱਚ ਆਪਣੇ ਕਹਿ ਲਓ ਵੀ ਕੰਡਿਆਂ ਦੇ ਫਲ ਨੇ, ਕਿੱਕਰ ਦੇ ਬੀਜ ਨੇ। ਇੱਕ ਮੁੱਠੀ ਦੇ ਵਿੱਚ ਆਪਾਂ ਕਹਿੰਦੇ ਵੀ ਫੁੱਲਾਂ ਦੇ ਬੀਜ ਨੇ। ਨਿਰਣਾ ਕਿਵੇਂ ਹੋਊ? ਜਿਹੜਾ ਅਣਜਾਣ ਆ ਉਹਨੂੰ ਨਿਰਣਾ ਕਿਵੇਂ ਹੋ ਵੀ ਕਿਹੜੀ ਮੁੱਠੀ ਦੇ ਵਿੱਚ ਕੰਡਿਆਂ ਦੇ ਬੀਜ ਨੇ, ਕਿਹੜੀ ਮੁੱਠੀ ਦੇ ਵਿੱਚ ਫੁੱਲਾਂ ਦੇ? ਉਹ ਕਹਾਂ ਵੀ ਧਰਤੀ ਇਨਸਾਫ ਕਰੋਗੇ। ਧਰਤੀ ਵਿੱਚ ਬੀਜ ਤੇ ਸਾਧ ਸੰਗਤ ਜੀ ਉੱਥੇ ਮਾਰਕ ਕਰਦਾ ਰਹੇ ਵੀ ਆਹ ਜਿਹੜੇ ਕੰਡੇ ਨੇ, ਆਹ ਫੁੱਲ ਨੇ। ਧਰਤੀ ਫਿਰ ਇਨਸਾਫ ਕਰਦੀ ਜਦੋਂ ਉੱਗਦੇ ਵੀ ਧਰਤੀ ਦੇ ਵਿੱਚੋਂ ਕੀ ਨਿਕਲਿਆ। ਜਦੋਂ ਦੇਖਦੇ ਆ ਵੀ ਕੰਡੇ ਵਾਲੇ ਜਿਹੜਾ ਆਪਾਂ ਫੁੱਲ ਕਹਿੰਦੇ ਸੀ ਉਹ ਕੰਡੇ ਨੇ, ਜਿਨ੍ਹਾਂ ਨੂੰ ਕੰਡੇ ਕਹਿੰਦੇ ਸੀ ਫੁੱਲ। ਇਨਸਾਫ ਕਿਹਨੇ ਕੀਤਾ? ਧਰਤੀ ਨੇ। ਧਰਤੀ ਵਿੱਚ ਕੀ ਹੈ ਇਹੋ ਜਿਹਾ ਸਾਧ ਸੰਗਤ ਜੀ ਜਿਹੜਾ ਇਨਸਾਫ ਹੀ ਇਨਸਾਫ ਕਰਦੀ ਹੈ। ਸੋ ਇਸ ਕਰਕੇ ਧਰਤੀ ਦੀ ਮਹਾਨਤਾ ਹੈ। ਧਰਤੀ ਦੇ ਵਿੱਚ ਆਪਾਂ ਰਹਿੰਦੇ ਹਾਂ, ਧਰਤੀ ਦੇ ਉੱਤੇ ਰਹਿੰਦੇ ਹਾਂ। ਧਰਤੀ ਦਾ ਰਿਜ਼ਕ ਖਾ ਕੇ ਹੀ ਅਸੀਂ ਅੱਗੇ ਸਾਡੀਆਂ ਜਨਰੇਸ਼ਨਾਂ ਚੱਲ ਰਹੀਆਂ ਨੇ। ਕਾਹਦੇ ਕਰਕੇ? ਧਰਤੀ ਦੇ ਖਾਂਦੇ ਹਾਂ ਆਪਾਂ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਸਾਧ ਸੰਗਤ ਜੀ, ਗੁਰ ਸ਼ਬਦੀ ਸੱਚ ਪਾਇਆ ਦੁਖ ਨਿਵਾਰਨ ਹਾਰ। ਇਹ ਗਿਆਨ ਦੀ ਵਿਚਾਰ ਹੀ ਸਾਨੂੰ ਉਸ ਆਸਰੇ ਤੱਕ ਲੈ ਕੇ ਜਾਂਦੀ ਹੈ। ਸਦਾ ਸਦਾ ਸਾਚੇ ਗੁਣ ਗਾਵਹਿ ਸਾਚੈ ਨਾਏ ਪਿਆਰ। ਸਦਾ ਹੀ ਫਿਰ ਸੱਚੇ ਦੇ ਗੁਣ ਗਾਉਣੇ ਆ ਅਸੀਂ, ਵਾਹੋ ਵਾਹੋ ਕਰਕੇ। ਕਿਰਪਾ ਕਰਕੇ ਆਪਣੀ ਦੀ ਤੋਰਨ ਭਗਤ ਭੰਡਾਰ। ਹੇ ਵਾਹਿਗੁਰੂ, ਹੇ ਮਾਲਕ, ਕਿਰਪਾ ਕਰਕੇ ਉਹ ਭਗਤੀ ਦਾ ਭੰਡਾਰਾ ਸਾਨੂੰ ਵੀ ਬਖਸ਼ਿਸ਼ ਕਰੋ। ਭਗਤ ਖਜ਼ਾਨਾ ਭਗਤਨ ਕਉ ਦੀਆ ਨਉ, ਹਰ ਤਨ ਸੱਚ ਸੋਏ। ਜਿਹੜਾ ਭਗਤੀ ਦਾ ਖਜ਼ਾਨਾ ਹੁੰਦਾ ਸਾਧ ਸੰਗਤ ਜੀ, ਮਹਿਮਾ ਦਾ ਖਜ਼ਾਨਾ ਹੁੰਦਾ। ਭਗਤਾਂ ਕੋਲ ਕੀ ਹੁੰਦੀ ਹੈ? ਮਹਿਮਾ ਹੁੰਦੀ ਹੈ। ਹੋਰ ਨਹੀਂ ਕੋਈ ਖਜ਼ਾਨਾ ਹੁੰਦਾ। ਇਹ ਨਹੀਂ ਵੀ ਹੀਰਿਆਂ ਜਵਾਹਰਾਤਾਂ ਦੀਆਂ ਬੋਰੀਆਂ ਭਰੀਆਂ ਹੋਣ ਵੀ ਫਿਰ ਕਹਾਂਗੇ ਭਗਤਾਂ ਕੋਲ ਬਹੁਤ ਖਜ਼ਾਨਾ। ਭਗਤਾਂ ਕੋਲ ਇੱਕ ਖਜ਼ਾਨਾ ਹੈ ਸਿਫਤ ਸਲਾਹ ਦਾ। ਉਹੀ ਮੰਗਦੇ ਆ। ਭਗਤਾਂ ਨੇ ਕੀ ਮੰਗਿਆ ਰੱਬ ਤੋਂ? ਬਹੁਤਾ ਕੁਛ ਨਹੀਂ ਮੰਗਿਆ ਹੈਗਾ ਰੱਬ ਤੋਂ ਵੀ ਸਾਨੂੰ ਆਹ ਵੀ ਦੇ ਦਿਓ, ਆਹ ਵੀ। ਨਾ ਨਾ ਨਾ, ਬਸ ਸਿਫਤ ਸਲਾਹ। ਕਿਉਂਕਿ ਹੇ ਵਾਹਿਗੁਰੂ ਪਰਮੇਸ਼ਵਰ, ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਜਿਵੇਂ ਦੁਨਿਆਵੀ ਪਾਤਸ਼ਾਹ ਨੇ, ਉਹ ਉਹਨਾਂ ਦੇ ਉੱਪਰ ਦੀ ਪਾਤਸ਼ਾਹ ਨੇ। ਕਿਉਂਕਿ ਉਹਨਾਂ ਨੂੰ ਦੁਨਿਆਵੀ ਪਾਤਸ਼ਾਹ ਨੂੰ ਉਹਨਾਂ ਆਨੰਦ ਨਹੀਂ ਜਿੰਨਾ ਭਗਤੀ ਕਰਨ ਵਾਲੇ ਨੂੰ, ਉਸਤਤ ਕਰਨ ਵਾਲੇ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਆਪਾਂ ਜੇ ਮੰਗਣੀ ਆ ਤਾਂ ਇਹੀ ਮੰਗਿਆ, ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰੋ। ਕਿਉਂਕਿ ਸਿਫਤ ਸਲਾਹ ਦੀ ਦਾਤ ਹੀ ਸਾਧ ਸੰਗਤ ਜੀ ਮਹਾਨ ਸ੍ਰੇਸ਼ਟ ਦਾਤ ਹੈ। ਬਾਕੀ ਮੰਗਾਂ ਤੋਂ ਉੱਪਰ ਉੱਠ ਕੇ ਬਸ ਇਹੀ ਮੰਗੇ, ਹੇ ਪਰਮੇਸ਼ਵਰ, ਹੇ ਮਾਲਕ, ਹੇ ਪ੍ਰਭੂ, ਹੇ ਰਾਮ ਰਮੇ ਹੋਏ, ਮੇਰੇ ਅੰਦਰ ਵੀ ਤੂੰ ਰਮਿਆ ਹੋਇਆ। ਬਸ ਇੱਕ ਕਿਰਪਾ ਕਰ, ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰ। ਹੋਰ ਸਾਨੂੰ ਕੁਛ ਨਹੀਂ ਚਾਹੀਦਾ। ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰੋ। ਕੰਮ ਕਰ ਕਰਕੇ ਪੈਸਾ ਕਮਾ ਸਕਦੇ ਹਾਂ, ਰਿਜ਼ਕ ਖਰੀਦ ਸਕਦੇ ਹਾਂ, ਘਰ ਮਕਾਨ ਬਣਾ ਸਕਦੇ ਹਾਂ। ਸੋ ਇਸ ਕਰਕੇ ਹੇ ਪ੍ਰਭੂ, ਹੇ ਮਾਲਕ, ਹੇ ਰਾਮ, ਸਾਨੂੰ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਬਸ ਇਹੋ ਜਿਹਾ ਸਮਾਂ ਸਾਡਾ ਵੀ ਬਣਿਆ ਰਹੇ ਤਾਂ ਇਹਦੇ ਨਾਲ ਹੀ ਸਾਧ ਸੰਗਤ ਜੀ ਸਾਡੇ ਜੀਵਨ ਯਾਤਰਾ ਜਿਹੜੀ ਹੈ ਉਹ ਐਂ ਸਫਲ ਹੁੰਦੀ ਜਾਂਦੀ ਹੈ। ਜਦੋਂ ਜਦੋਂ ਵਿਚਾਰ ਸਰਵਣ ਕਰਦੇ ਹਾਂ ਤਿਉਂ ਹੀ ਸਾਡੀ ਜੀਵਨ ਯਾਤਰਾ ਸਫਲ ਹੁੰਦੀ ਜਾਂਦੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਅਸੀਸ ਬਖਸ਼ਿਸ਼ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।